ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 4 ਅਗਸਤ 2019 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਪਿਆਰ। ਸੁਨਹਿਰੀ ਮਤਨ ਰੋਮੀਓ। ਸਾਰੀਆਂ ਸ਼ੈਵਾਂ ਰਲ ਕੇ ਰੱਬ ਨੂੰ ਪਿਆਰ ਕਰਨ ਵਾਲਿਆਂ ਲਈ ਭਲਾਈ ਪੈਦਾ ਕਰਦੀਆਂ ਨੇ। ਜਵਾਬੀ ਪੜ੍ਹਾਈ ਯੋਹੰਨਾ। ਐ ਪਿਆਰਿਓ, ਆਓ ਅਸੀਂ ਇੱਕ ਦੂਜੇ ਨਾਲ ਪਿਆਰ ਕਰੀਏ, ਕਿਉਂ ਜੇ ਪਿਆਰ ਰੱਬ ਵੱਲੋਂ ਹੈ, ਤੇ ਜਿਹੜਾ ਕੋਈ ਰੱਬ ਨਾਲ ਪਿਆਰ ਰੱਖਦਾ ਹੈ ਉਹ ਰੱਬ ਤੋਂ ਜੰਮਿਆ ਹੈ ਤੇ ਰੱਬ ਨੂੰ ਜਾਣਦਾ ਹੈ। ਜਿਹੜਾ ਪਿਆਰ ਨਹੀਂ ਰੱਖਦਾ ਉਹ ਰੱਬ ਨੂੰ ਨਹੀਂ ਜਾਣਦਾ, ਕਿਉਂ ਜੇ ਰੱਬ ਪਿਆਰ ਹੈ। ਜਿਹੜਾ ਪਿਆਰ ਰੱਬ ਨੂੰ ਸਾਡੇ ਨਾਲ ਹੈ ਉਹ ਇਹਦੇ ਤੋਂ ਜ਼ਾਹਰ ਹੁੰਦਾ ਹੈ ਭਈ ਰੱਬ ਨੇ ਆਪਣੇ ਇਕਲੌਤੇ ਪੁੱਤਰ ਨੂੰ ਜੱਗ ਵਿੱਚ ਘੱਲਿਆ ਤਾਂ ਜੋ ਅਸੀਂ ਉਹਦੇ ਪਾਰੋਂ ਜ਼ਿੰਦਾ ਰਹੀਏ। ਪਿਆਰ ਇਹਦੇ ਵਿੱਚ ਨਹੀਂ ਭਈ ਅਸੀਂ ਰੱਬ ਨਾਲ ਪਿਆਰ ਕੀਤਾ, ਬਲਕਿ ਇਹਦੇ ਵਿੱਚ ਭਈ ਉਹਨੇ ਸਾਡੇ ਨਾਲ ਪਿਆਰ ਕੀਤਾ ਤੇ ਸਾਡੇ ਪਾਪਾਂ ਦੇ ਕਫਾਰੇ ਲਈ ਆਪਣੇ ਪੁੱਤਰ ਨੂੰ ਘੱਲਿਆ। ਐ ਪਿਆਰਿਓ, ਜਦੋਂ ਰੱਬ ਨੇ ਸਾਡੇ ਨਾਲ ਇੰਜ ਦਾ ਪਿਆਰ ਕੀਤਾ ਤੇ ਸਾਡੇ ਉੱਤੇ ਵੀ ਇੱਕ ਦੂਜੇ ਨਾਲ ਪਿਆਰ ਰੱਖਣਾ ਫਰਜ਼ ਹੈ। ਰੱਬ ਨੂੰ ਕਦੀ ਕਿਸੇ ਨੇ ਨਹੀਂ ਵੇਖਿਆ। ਜੇ ਅਸੀਂ ਇੱਕ ਦੂਜੇ ਨਾਲ ਪਿਆਰ ਰੱਖਦੇ ਹਾਂ ਤੇ ਰੱਬ ਸਾਡੇ ਵਿੱਚ ਰਹਿੰਦਾ ਹੈ ਤੇ ਉਹਦਾ ਪਿਆਰ ਸਾਡੇ ਦਿਲ ਵਿੱਚ ਕਾਮਲ ਹੋ ਗਿਆ ਹੈ। ਦਰਸੀ ਆਵਾਜ਼ ਬਾਈਬਲ ਵਿੱਚੋਂ ਯਰਮੀਆ। ਖੁਦਾਵੰਦ ਕਦੀਮ ਤੋਂ ਮੇਰੇ ਉੱਤੇ ਜ਼ਾਹਰ ਹੋਇਆ ਤੇ ਆਖਿਆ ਭਈ ਮੈਂ ਤੇਰੇ ਨਾਲ ਹਮੇਸ਼ਾ ਦਾ ਪਿਆਰ ਰੱਖਿਆ, ਐਸ ਲਈ ਮੈਂ ਆਪਣੀ ਸ਼ਫਕਤ ਤੇਰੇ ਉੱਤੇ ਵਧਾਈ। ਜ਼ਬੂਰ। ਐ ਰੱਬ, ਤੇਰੀ ਸ਼ਫਕਤ ਕਿੰਨੀ ਕੀਮਤੀ ਏ, ਬਨੀ ਆਦਮ ਤੇਰੀਆਂ ਬਾਹਾਂ ਦੇ ਪਰਛਾਵੇਂ ਹੇਠਾਂ ਪਨਾਹ ਲੈਂਦੇ ਨੇ। ਸੈਮੂਅਲ। ਜਦੋਂ ਦਾਊਦ ਉਸ ਫਿਲਿਸਤੀ ਨੂੰ ਮਾਰ ਕੇ ਮੁੜਿਆ ਤੇ ਅਬਨੇਰ ਉਹਨੂੰ ਲੈ ਕੇ ਸਾਊਲ ਦੇ ਕੋਲ ਆਇਆ, ਤੇ ਫਿਰ ਸਾਊਲ ਨੇ ਆਖਿਆ, ਐ ਜਵਾਨ, ਤੂੰ ਕਿਹਦਾ ਪੁੱਤਰ ਹੈ? ਦਾਊਦ ਨੇ ਜਵਾਬ ਦਿੱਤਾ, ਮੈਂ ਤੇਰੇ ਖਾਦਮ ਬੈਤਲਹਮੀ ਯੱਸੀ ਦਾ ਪੁੱਤਰ ਹਾਂ। ਸੈਮੂਅਲ। ਜਦੋਂ ਉਹ ਸਾਊਲ ਨਾਲ ਗੱਲਾਂ ਕਰ ਚੁੱਕਿਆ ਤੇ ਯੂਨਤਨ ਦਾ ਦਿਲ ਦਾਊਦ ਦੇ ਨਾਲ ਇੰਜ ਮਿਲਿਆ ਭਈ ਯੂਨਤਨ ਉਹਨੂੰ ਆਪਣੀ ਜਾਨ ਦੇ ਬਰਾਬਰ ਪਿਆਰ ਕਰਨ ਲੱਗ ਪਿਆ, ਤੇ ਯੂਨਤਨ ਤੇ ਦਾਊਦ ਨੇ ਇਕੱਠਿਆਂ ਅਹਿਦ ਕੀਤਾ, ਕਿਉਂ ਜੇ ਉਹ ਉਹਨੂੰ ਆਪਣੀ ਜਾਨ ਦੇ ਬਰਾਬਰ ਪਿਆਰ ਕਰਦਾ ਸੀ। ਇਸ ਲਈ ਯੂਨਤਨ ਨੇ ਉਹ ਚਾਦਰ ਜਿਹੜੀ ਉਹਨੇ ਲਈ ਹੋਈ ਸੀ ਲਾ ਕੇ ਦਾਊਦ ਨੂੰ ਦਿੱਤੀ ਤੇ ਆਪਣੇ ਕੱਪੜੇ ਬਲਕਿ ਆਪਣੀ ਤਲਵਾਰ ਤੇ ਆਪਣੀ ਕਮਾਨ ਤੇ ਆਪਣਾ ਕਮਰਬੰਦ ਤੀਕਰ ਦੇ ਦਿੱਤਾ। ਤੇ ਇੰਜ ਹੋਇਆ ਭਈ ਇਸਰਾਈਲ ਦੇ ਸਾਰੇ ਸ਼ਹਿਰਾਂ ਵਿੱਚੋਂ ਬੁੱਢੀਆਂ ਗਾਉਂਦੀਆਂ ਤੇ ਨੱਚਦੀਆਂ ਹੋਈਆਂ ਦਫ ਤੇ ਖੁਸ਼ੀ ਦੇ ਨਾਅਰਿਆਂ ਤੇ ਵਾਜਿਆਂ ਦੇ ਨਾਲ ਸਾਊਲ ਬਾਦਸ਼ਾਹ ਨੂੰ ਜੀ ਆਇਆਂ ਨੂੰ ਕਰਨ ਨਿਕਲੀਆਂ। ਤੇ ਉਹ ਬੁੱਢੀਆਂ ਨੱਚਦੀਆਂ ਹੋਈਆਂ ਆਪਸ ਵਿੱਚ ਗਾਉਂਦੀਆਂ ਜਾਂਦੀਆਂ ਸੀ ਭਈ ਸਾਊਲ ਨੇ ਤੇ ਹਜ਼ਾਰਾਂ ਨੂੰ ਪਰ ਦਾਊਦ ਨੇ ਲੱਖਾਂ ਨੂੰ ਮਾਰਿਆ। ਤੇ ਸਾਊਲ ਬਹੁਤ ਗੁੱਸੇ ਹੋਇਆ, ਕਿਉਂ ਜੇ ਉਹ ਗੱਲ ਉਹਨੂੰ ਬੁਰੀ ਲੱਗੀ, ਤੇ ਉਹ ਆਖਣ ਲੱਗਿਆ ਭਈ ਉਹਨਾਂ ਨੇ ਦਾਊਦ ਲਈ ਤੇ ਲੱਖਾਂ ਤੇ ਮੇਰੇ ਲਈ ਸਿਰਫ ਹਜ਼ਾਰਾਂ ਹੀ ਠਹਿਰਾਏ। ਇਸ ਲਈ ਬਾਦਸ਼ਾਹੀ ਦੇ ਇਲਾਵਾ ਉਹਨੂੰ ਹੋਰ ਕੀ ਮਿਲਣਾ ਬਾਕੀ ਹੈ। ਇਸ ਲਈ ਉਸ ਦਿਨ ਤੋਂ ਸਾਊਲ ਦਾਊਦ ਨੂੰ ਬਦਗੁਮਾਨੀ ਨਾਲ ਵੇਖਣ ਲੱਗ ਪਿਆ। ਸੈਮੂਅਲ। ਤੇ ਸਾਊਲ ਨੇ ਆਪਣੇ ਪੁੱਤਰ ਯੂਨਤਨ ਤੇ ਆਪਣੇ ਸਾਰੇ ਖਾਦਮਾਂ ਨੂੰ ਆਖਿਆ ਭਈ ਦਾਊਦ ਨੂੰ ਮਾਰ ਦਿਓ। ਪਰ ਸਾਊਲ ਦਾ ਪੁੱਤਰ ਯੂਨਤਨ ਦਾਊਦ ਤੋਂ ਬਹੁਤ ਖੁਸ਼ ਸੀ। ਇਸ ਲਈ ਯੂਨਤਨ ਨੇ ਦਾਊਦ ਨੂੰ ਆਖਿਆ, ਮੇਰਾ ਪਿਓ ਤੈਨੂੰ ਕਤਲ ਕਰਨ ਦੀ ਫਿਕਰ ਵਿੱਚ ਏ, ਇਸ ਲਈ ਤੂੰ ਸੁਬਹ ਨੂੰ ਆਪਣਾ ਖਿਆਲ ਰੱਖੀ ਤੇ ਕਿਸੇ ਓਹਲੇ ਥਾਂ ਵਿੱਚ ਲੁਕਿਆ ਰਹੀਂ। ਸੈਮੂਅਲ। ਤੇ ਦਾਊਦ ਨੇ ਬਿਆਬਾਨ ਦੇ ਕਿਲਿਆਂ ਵਿੱਚ ਸਕੂਨਤ ਕੀਤੀ ਤੇ ਦਸ਼ਤੇ ਜ਼ੈਫ ਦੇ ਕੋਸਤਾਨੀ ਮੁਲਕ ਵਿੱਚ ਰਿਹਾ, ਤੇ ਸਾਊਲ ਹਰ ਦਿਨ ਉਹਨੂੰ ਲੱਭਣ ਵਿੱਚ ਰਿਹਾ, ਪਰ ਰੱਬ ਨੇ ਉਹਨੂੰ ਉਹਦੇ ਹੱਥ ਵਿੱਚ ਹਵਾਲੇ ਨਾ ਕੀਤਾ। ਤੇ ਸਾਊਲ ਦਾ ਪੁੱਤਰ ਯੂਨਤਨ ਉੱਠ ਕੇ ਦਾਊਦ ਦੇ ਕੋਲ ਗਾਰ ਵਿੱਚ ਗਿਆ ਤੇ ਰੱਬ ਵਿੱਚ ਉਹਦਾ ਹੱਥ ਮਜ਼ਬੂਤ ਕੀਤਾ। ਉਹਨੇ ਉਹਨੂੰ ਆਖਿਆ, ਤੂੰ ਨਾ ਡਰ, ਕਿਉਂ ਜੇ ਤੂੰ ਮੇਰੇ ਪਿਓ ਸਾਊਲ ਦੇ ਹੱਥ ਵਿੱਚ ਨਾ ਪਵੇਂਗਾ। ਤੂੰ ਇਸਰਾਈਲ ਦਾ ਬਾਦਸ਼ਾਹ ਹੋਵੇਂਗਾ ਤੇ ਮੈਂ ਤੇਥੋਂ ਦੂਜੇ ਦਰਜੇ ਉੱਤੇ ਹੋਵਾਂਗਾ। ਇਹ ਮੇਰੇ ਪਿਓ ਸਾਊਲ ਨੂੰ ਵੀ ਪਤਾ ਹੈ। ਉਹਨਾਂ ਦੋਵਾਂ ਨੇ ਰੱਬ ਦੇ ਅੱਗੇ ਵਾਅਦੇ ਕੀਤੇ।
ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਉਹ ਉਸ ਜੱਥੇ ਨੂੰ ਵੇਖ ਕੇ ਪਹਾੜ ਉੱਤੇ ਚੜ੍ਹ ਗਿਆ ਤੇ ਜਦੋਂ ਬੈਠ ਗਿਆ ਤੇ ਉਹਦੇ ਚੇਲੇ ਉਹਦੇ ਕੋਲ ਆਏ ਤੇ ਉਹ ਆਪਣੀ ਜ਼ੁਬਾਨ ਖੋਲ੍ਹ ਕੇ ਇੰਜ ਉਹਨਾਂ ਨੂੰ ਤਾਲੀਮ ਦੇਣ ਲੱਗਿਆ, ਤੁਸੀਂ ਸੁਣਿਆ ਏ ਵੀ ਆਖਿਆ ਗਿਆ ਸੀ ਵੀ ਆਪਣੇ ਗੁਆਂਢੀ ਨਾਲ ਪਿਆਰ ਰੱਖ ਤੇ ਆਪਣੇ ਦੁਸ਼ਮਣ ਨਾਲ ਵੈਰ। ਪਰ ਮੈਂ ਤੁਹਾਨੂੰ ਆਖਦਾ ਵਾਂ ਭਈ ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋ ਤੇ ਆਪਣੇ ਸਤਾਉਣ ਵਾਲਿਆਂ ਲਈ ਦੁਆ ਕਰੋ, ਤਾਂ ਜੋ ਤੁਸੀਂ ਆਪਣੇ ਪਿਓ ਦੇ ਜਿਹੜਾ ਅਸਮਾਨ ਉੱਤੇ ਪੁੱਤਰ ਠਹਿਰੋ। ਕਿਉਂ ਜੇ ਉਹ ਆਪਣੇ ਸੂਰਜ ਨੂੰ ਭੈੜਿਆਂ ਤੇ ਨੇਕਾਂ ਦੋਵਾਂ ਉੱਤੇ ਚਮਕਾਉਂਦਾ ਏ ਤੇ ਰਾਸਤਬਾਜ਼ਾਂ ਤੇ ਨਾਰਾਸਤਾਂ ਦੋਵਾਂ ਉੱਤੇ ਮੀਂਹ ਵਰਾਉਂਦਾ ਏ। ਕਿਉਂ ਜੇ ਤੁਸੀਂ ਆਪਣੇ ਪਿਆਰ ਕਰਨ ਵਾਲਿਆਂ ਨੂੰ ਹੀ ਪਿਆਰ ਕਰੋ ਤੇ ਤੁਹਾਡਾ ਕੀ ਅਜਰ ਏ? ਕੀ ਮਹਿਸੂਲ ਲੈਣ ਵਾਲੇ ਵੀ ਇੰਜ ਨਹੀਂ ਕਰਦੇ? ਤੇ ਜੇ ਤੁਸੀਂ ਸਿਰਫ ਆਪਣੇ ਭਰਾਵਾਂ ਨੂੰ ਹੀ ਸਲਾਮ ਕਰਦੇ ਹੋ ਤੇ ਕੀ ਬਹੁਤਾ ਕਰਦੇ ਹੋ? ਕੀ ਗੈਰ ਕੌਮਾਂ ਦੇ ਲੋਕ ਵੀ ਇੰਜ ਨਹੀਂ ਕਰਦੇ? ਇਸ ਲਈ ਚਾਹੀਦਾ ਹੈ ਭਈ ਤੁਸੀਂ ਕਾਮਲ ਹੋਵੋ ਜਿਵੇਂ ਤੁਹਾਡਾ ਅਸਮਾਨੀ ਪਿਓ ਕਾਮਲ ਹੈ। ਮੱਤੀ। ਤੇ ਵੇਖੋ ਦੋ ਅੰਨੇ ਜਿਹੜੇ ਰਾਹ ਦੇ ਕੰਢੇ ਬੈਠੇ ਸੀ, ਇਹ ਸੁਣ ਕੇ ਭਈ ਯਿਸੂ ਜਾ ਰਿਹਾ ਏ ਉੱਚੀ ਆਵਾਜ਼ ਵਿੱਚ ਆਖਣ ਲੱਗੇ, ਐ ਖੁਦਾਵੰਦ ਦਾਊਦ ਦੇ ਪੁੱਤਰ, ਸਾਡੇ ਉੱਤੇ ਰਹਿਮ ਕਰ। ਲੋਕਾਂ ਨੇ ਉਹਨਾਂ ਨੂੰ ਝਿੜਕਿਆ ਭਈ ਚੁੱਪ ਰਹੋ, ਪਰ ਉਹ ਹੋਰ ਵੀ ਉੱਚੀ ਆਵਾਜ਼ ਵਿੱਚ ਆਖਣ ਲੱਗੇ, ਭਈ ਐ ਖੁਦਾਵੰਦ ਦਾਊਦ ਦੇ ਪੁੱਤਰ, ਸਾਡੇ ਉੱਤੇ ਰਹਿਮ ਕਰ। ਯਿਸੂ ਨੇ ਖਲੋ ਕੇ ਉਹਨਾਂ ਨੂੰ ਸੱਦਿਆ ਤੇ ਆਖਿਆ, ਤੁਸੀਂ ਕੀ ਚਾਹੁੰਦੇ ਹੋ ਭਈ ਮੈਂ ਤੁਹਾਡੇ ਲਈ ਕਰਾਂ? ਉਹਨਾਂ ਨੇ ਆਖਿਆ, ਐ ਰੱਬ, ਇਹ ਭਈ ਸਾਡੀਆਂ ਅੱਖਾਂ ਖੁੱਲ੍ਹ ਜਾਣ। ਯਿਸੂ ਨੂੰ ਤਰਸ ਆਇਆ ਤੇ ਉਹਨੇ ਉਹਨਾਂ ਦੀਆਂ ਅੱਖੀਆਂ ਨੂੰ ਛੂਹਿਆ ਤੇ ਉਹ ਉਸੇ ਵੇਲੇ ਵੇਖਣ ਲੱਗ ਪਏ ਤੇ ਉਹਦੇ ਮਗਰ ਟੁਰ ਪਏ। ਯੂਹੰਨਾ। ਮੇਰੇ ਪਿਓ ਦਾ ਜਲਾਲ ਇੰਜ ਜ਼ਾਹਿਰ ਹੁੰਦਾ ਏ ਭਈ ਤੁਸੀਂ ਬਹੁਤ ਫਲ ਲਿਆਓ ਤੇ ਫੇਰ ਹੀ ਤੁਸੀਂ ਮੇਰੇ ਚੇਲੇ ਠਹਿਰੋਗੇ। ਜਿਵੇਂ ਪਿਓ ਨੇ ਮੇਰੇ ਨਾਲ ਪਿਆਰ ਰੱਖਿਆ ਏ, ਉਂਝ ਹੀ ਤੁਹਾਡੇ ਨਾਲ ਮੈਂ ਵੀ ਪਿਆਰ ਰੱਖਿਆ ਏ। ਤੁਸੀਂ ਮੇਰੇ ਪਿਆਰ ਵਿੱਚ ਕਾਇਮ ਰਹੋ। ਮੇਰਾ ਹੁਕਮ ਇਹ ਹੈ ਭਈ ਜਿਵੇਂ ਮੈਂ ਤੁਹਾਡੇ ਨਾਲ ਪਿਆਰ ਰੱਖਿਆ, ਤੁਸੀਂ ਵੀ ਇੱਕ ਦੂਜੇ ਨਾਲ ਪਿਆਰ ਰੱਖੋ। ਰੋਮੀਓ। ਕੌਣ ਸਾਨੂੰ ਮਸੀਹ ਦੇ ਪਿਆਰ ਤੋਂ ਵੱਖ ਕਰੇਗਾ? ਮੁਸੀਬਤ ਜਾਂ ਤੰਗੀ ਜਾਂ ਜ਼ੁਲਮ ਜਾਂ ਕਾਲ ਜਾਂ ਨੰਗਾਪਨ ਜਾਂ ਖਤਰਾ ਜਾਂ ਤਲਵਾਰ? ਪਰ ਇਹਨਾਂ ਸਾਰੀਆਂ ਹਾਲਤਾਂ ਵਿੱਚ ਮਸੀਹ ਪਾਰੋਂ ਜਿਨ੍ਹੇ ਸਾਡੇ ਨਾਲ ਪਿਆਰ ਕੀਤਾ, ਸਾਨੂੰ ਫਤਹ ਤੋਂ ਵੀ ਵੱਧ ਕੇ ਗਲਬਾ ਹਾਸਲ ਹੁੰਦਾ ਹੈ। ਕਿਉਂ ਜੇ ਮੈਨੂੰ ਯਕੀਨ ਹੈ ਭਈ ਰੱਬ ਦਾ ਪਿਆਰ ਜਿਹੜਾ ਸਾਡੇ ਖੁਦਾਵੰਦ ਮਸੀਹ ਯਿਸੂ ਵਿੱਚ ਹੈ, ਉਹਦੇ ਤੋਂ ਨਾ ਸਾਨੂੰ ਮੌਤ ਵੱਖ ਕਰ ਸਕੇਗੀ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਬੁਲੰਦੀ, ਨਾ ਪਸਤੀ, ਨਾ ਕੋਈ ਹੋਰ ਮਖਲੂਕ। ਹੁਣ ਮੈਂ ਮੇਰੀ ਬੇਕਰ ਇਰਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਇਲਾਹੀ ਪਿਆਰ ਜਿਨ੍ਹੇ ਜ਼ਹਿਰੀਲੇ ਸੱਪ ਨੂੰ ਬੇਜ਼ਰਰ ਬਣਾਇਆ, ਜਿਨ੍ਹੇ ਬੰਦਿਆਂ ਨੂੰ ਉਬਲਦੇ ਹੋਏ ਤੇਲ ਤੋਂ, ਬਲਦੇ ਹੋਏ ਤੰਦੂਰ ਤੋਂ, ਸ਼ੇਰ ਦੇ ਪੰਜਿਆਂ ਤੋਂ ਬਚਾਇਆ, ਉਹ ਹਰ ਦੌਰ ਵਿੱਚ ਬਿਮਾਰ ਨੂੰ ਸ਼ਿਫਾ ਦੇ ਸਕਦਾ ਤੇ ਪਾਪ ਤੇ ਮੌਤ ਉੱਤੇ ਫਤਹਿਮੰਦ ਹੋ ਸਕਦਾ ਹੈ। ਉਹਨੇ ਯਿਸੂ ਦੇ ਇਜ਼ਹਾਰਾਂ ਨੂੰ ਬਿਲਾ ਸਬਕਤ, ਤਾਕਤ ਤੇ ਪਿਆਰ ਨਾਲ ਸਰਤਾਜ ਕੀਤਾ। ਪਰ ਉਹੀ ਸਿਆਣ ਜਿਹੜੀ ਮਸੀਹ ਯਿਸੂ ਦੀ ਵੀ ਏ, ਸਾਇੰਸ ਦੇ ਖੱਤ ਦੇ ਨਾਲ ਹੋਣੀ ਚਾਹੀਦੀ ਏ, ਤਾਂ ਜੋ ਨਬੀਆਂ ਤੇ ਰਸੂਲਾਂ ਦੇ ਪੁਰਾਣੇ ਇਜ਼ਹਾਰਾਂ ਨੂੰ ਦੁਹਰਾਏ ਤੇ ਤਸਦੀਕ ਕਰੇ। ਰੱਬ ਇਲਾਹੀ ਮਾਬਾਦੁਲ ਤਿਬਿਆਤ ਦਾ ਅਸੂਲ ਏ, ਜਿਵੇਂ ਭਈ ਸਿਰਫ ਇੱਕ ਇਕੱਲਾ ਰੱਬ ਏ ਤੇ ਪੂਰੀ ਸਾਇੰਸ ਦਾ ਸਿਰਫ ਇੱਕ ਹੀ ਇਲਾਹੀ ਅਸੂਲ ਏ, ਤੇ ਇਸ ਇਲਾਹੀ ਅਸੂਲ ਦੇ ਇਜ਼ਹਾਰ ਲਈ ਵੀ ਤੈਅਸ਼ੁਦਾ ਅਸੂਲ ਹੋਣੇ ਚਾਹੀਦੇ ਨੇ। ਸਾਇੰਸ ਦਾ ਖੱਤ ਅੱਜ ਤੇਜ਼ੀ ਦੇ ਨਾਲ ਇਨਸਾਨੀਅਤ ਤਿੱਕਰ ਅੱਪੜਦਾ ਏ, ਪਰ ਇਹਦੀ ਰੂਹ ਬਹੁਤ ਛੋਟੇ ਦਰਜਿਆਂ ਵਿੱਚ ਆਉਂਦੀ ਏ। ਕ੍ਰਿਸਚਨ ਸਾਇੰਸ ਦਾ ਜ਼ਰੂਰੀ ਹਿੱਸਾ ਦਿਲ ਤੇ ਜਾਨ ਪਿਆਰ ਏ। ਰੱਬ ਦੀ ਬਚਾਉਣ ਵਾਲੇ ਅਸੂਲ ਦੇ ਤੌਰ 'ਤੇ ਜਾਂ ਇਲਾਹੀ ਪਿਆਰ ਦੀ ਬਜਾਏ ਬਦਨ ਨੂੰ ਮੁਕਤੀ ਦੇਣ ਵਾਲੇ ਦੇ ਤੌਰ 'ਤੇ ਤਸ਼ਰੀਹ ਕਰਦਿਆਂ ਹੋਏ, ਅਸੀਂ ਇਸਲਾਮਾਂ ਦੀ ਬਜਾਏ ਮੁਆਫੀ ਦੇ ਪਾਰੋਂ ਮੁਕਤੀ ਨੂੰ ਲੱਭਣਾ ਜਾਰੀ ਰੱਖਦੇ ਹਾਂ ਤੇ ਰੂਹ ਦੀ ਬਜਾਏ ਮਾਦੇ ਵੱਲ ਤਵੱਜੋ ਕਰਦਿਆਂ ਹੋਏ ਬਿਮਾਰੀ ਦਾ ਇਲਾਜ ਕਰਦੇ ਹਾਂ। ਜਿਵੇਂ ਭਈ ਕ੍ਰਿਸਚਨ ਸਾਇੰਸ ਦੇ ਇਲਮ ਦੇ ਪਾਰੋਂ ਇਨਸਾਨ ਉੱਚੇ ਫਹਿਮ ਤਿੱਕਰ ਅੱਪੜਦੇ ਨੇ, ਉਹ ਮਾਦੇ ਦੇ ਪਾਰੋਂ ਨਹੀਂ ਬਲਕਿ ਅਸੂਲ ਯਾਨੀ ਰੱਬ ਤੋਂ ਸਿੱਖਦੇ ਨੇ
ਭਈ ਮਸੀਹ ਯਾਨੀ ਸੱਚਾਈ ਨੂੰ ਮੁਕਤੀ ਦੇਣ ਵਾਲੀ ਤੇ ਸ਼ਿਫਾ ਦੇਣ ਵਾਲੀ ਤਾਕਤ ਦੇ ਤੌਰ ਤੇ ਕਿਵੇਂ ਜ਼ਾਹਰ ਕੀਤਾ ਜਾਵੇ। ਸ਼ਿਫਾ ਤੇ ਤਾਲੀਮ ਦੋਵਾਂ ਵਿੱਚ ਰੱਬ ਤੇ ਇਨਸਾਨ ਨਾਲ ਪਿਆਰ ਸੱਚਾ ਪਿਆਰ ਏ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੌਸ਼ਨ ਕਰਦਾ, ਚੁਣਦਾ ਤੇ ਰਹਿਨੁਮਾਈ ਕਰਦਾ ਏ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਤੇ ਕਲਾਮ ਤੇ ਅਮਾਲਾਂ ਨੂੰ ਤਾਕਤ ਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਲਤਾਰ ਉੱਤੇ ਵੱਡਾ ਨਿਗਹਿਬਾਨ ਏ। ਫਾਨੀ ਸਿਆਨ ਦੇ ਪਾਣੀਆਂ ਉੱਤੇ ਟੁਰਨ ਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਜੇ ਬਿਮਾਰੀ ਅਸਲੀ ਏ ਤੇ ਇਹ ਲਾਫਾਨੀਅਤ ਨਾਲ ਤਾਲੁਕ ਰੱਖਦੀ ਏ, ਜੇ ਸੱਚੀ ਏ ਤੇ ਇਹ ਸੱਚਾਈ ਦਾ ਹਿੱਸਾ ਏ। ਨਸ਼ੇ ਦੇ ਨਾਲ ਜਾਂ ਇਹਦੇ ਬਗੈਰ ਕੀ ਤੁਸੀਂ ਸੱਚਾਈ ਦੀ ਹਾਲਤ ਜਾਂ ਖਸੂਸੀਅਤ ਨੂੰ ਤਬਾਹ ਕਰੋਗੇ? ਪਰ ਜੇ ਪਾਪ ਤੇ ਬਿਮਾਰੀ ਵਹਿਮ ਨੇ ਤੇ ਐਸ ਫਾਨੀ ਸੁਪਨੇ ਜਾਂ ਵਹਿਮ ਤੋਂ ਜਾਗਣਾ ਸਾਨੂੰ ਸਿਹਤਮੰਦੀ, ਪਾਕੀਜ਼ਗੀ ਤੇ ਲਾਫਾਨੀਅਤ ਦਿੰਦਾ ਏ। ਇਹ ਜਾਗਣਾ ਮਸੀਹ ਦਾ ਆਉਣਾ ਏ, ਸੱਚਾਈ ਦਾ ਵੇਲੇ ਤੋਂ ਪਹਿਲਾਂ ਇਜ਼ਹਾਰ ਜਿਹੜਾ ਗਲਤੀ ਨੂੰ ਬਾਹਰ ਕੱਢਦਾ ਏ ਤੇ ਬਿਮਾਰ ਨੂੰ ਠੀਕ ਕਰ ਦਿੰਦਾ ਏ। ਇਹ ਉਹ ਮੁਕਤੀ ਏ ਜਿਹੜੀ ਰੱਬ, ਇਲਾਹੀ ਅਸੂਲ, ਉਸ ਮੁਹੱਬਤ ਪਾਰੋਂ ਮਿਲਦੀ ਏ ਜਿਹਨੂੰ ਯਿਸੂ ਨੇ ਜ਼ਾਹਿਰ ਕੀਤਾ ਹੈ। ਉਹ ਤਬੀਬ ਜਿਹੜਾ ਆਪਣੇ ਸਾਥੀ ਨਾਲ ਇਨਸਾਨੀ ਹਮਦਰਦੀ ਦੀ ਕਮੀ ਰੱਖਦਾ ਏ, ਇਨਸਾਨੀ ਅਹਿਸਾਸ ਵਿੱਚ ਨਾਮੁਕੰਮਲ ਏ। ਤੇ ਇਹ ਆਖਣ ਲਈ ਸਾਡੇ ਕੋਲ ਰਸੂਲੀ ਫਰਮਾਨ ਏ ਭਈ ਜਿਹੜਾ ਆਪਣੇ ਭਰਾ ਨਾਲ ਜਿਹਨੂੰ ਉਹਨੇ ਵੇਖਿਆ ਏ ਪਿਆਰ ਨਹੀਂ ਰੱਖਦਾ, ਉਹ ਰੱਬ ਨਾਲ ਵੀ ਜਿਹਨੂੰ ਉਹਨੇ ਨਹੀਂ ਵੇਖਿਆ ਪਿਆਰ ਨਹੀਂ ਰੱਖ ਸਕਦਾ। ਐਸ ਰੂਹਾਨੀ ਅਹਿਸਾਸ ਦੇ ਨਾ ਹੁੰਦਿਆਂ ਹੋਏ ਤਬੀਬ ਇਲਾਹੀ ਸਿਆਣ ਤੇ ਯਕੀਨ ਦੀ ਕਮੀ ਰੱਖਦਾ ਏ ਤੇ ਉਹ ਲਾਮਹਿਦੂਦ ਪਿਆਰ ਨਾਲ ਵਾਕਫ ਨਹੀਂ ਏ ਜਿਹੜਾ ਕੱਲਾ ਸ਼ਫਾਈਆ ਤਾਕਤ ਅਤਾ ਕਰਦਾ ਹੈ। ਸਾਨੂੰ ਖਿਆਲਾਂ ਵਿੱਚ ਕਾਮਲ ਨਮੂਨੇ ਬਣਾਉਣੇ ਚਾਹੀਦੇ ਨੇ ਤੇ ਉਹਨਾਂ ਉੱਤੇ ਲਗਾਤਾਰ ਧਿਆਨ ਕਰਨਾ ਚਾਹੀਦਾ ਹੈ, ਨਹੀਂ ਤੇ ਅਸੀਂ ਉਹਨਾਂ ਨੂੰ ਕਦੀ ਵੱਡੀਆਂ ਤੇ ਸ਼ਰੀਫਾਨਾ ਹਯਾਤੀਆਂ ਵਿੱਚ ਨਕਸ਼ ਨਹੀਂ ਕਰ ਸਕਦੇ। ਸਾਡੇ ਅੰਦਰ ਬੇਗਰਜ਼ੀ, ਚੰਗਿਆਈ, ਰਹਿਮ, ਇਨਸਾਫ, ਸੇਧ, ਪਾਕੀਜ਼ਗੀ, ਪਿਆਰ, ਅਸਮਾਨ ਦੀ ਬਾਦਸ਼ਾਹੀ ਨੂੰ ਰਾਜ ਕਰਨ ਦਿਓ ਤੇ ਇਹ ਪਾਪ, ਬਿਮਾਰੀ ਤੇ ਮੌਤ ਤਲਫ ਹੋਣ ਤਿਕਰ ਘੱਟ ਹੁੰਦੇ ਜਾਣਗੇ। ਜੇ ਅਸੀਂ ਮਸੀਹ ਯਾਨੀ ਸੱਚਾਈ ਦੇ ਮਗਰ ਟੁਰਨ ਦੀ ਤਾਂਘ ਰੱਖਦੇ ਹਾਂ ਤੇ ਇਹ ਰੱਬ ਦੇ ਚੁਣੇ ਹੋਏ ਤਰੀਕੇਕਾਰ ਦੇ ਮੁਤਾਬਕ ਹੋਣਾ ਚਾਹੀਦਾ ਹੈ। ਯਿਸੂ ਨੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ, ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਉਹ ਜਿਹੜਾ ਮੰਬਾ ਤਿਕਰ ਅਪੜੇ ਤੇ ਹਰ ਬਿਮਾਰੀ ਦਾ ਇਲਾਹੀ ਰਾਜ ਪਾਵੇਗਾ, ਉਹਨੂੰ ਕਿਸੇ ਹੋਰ ਰਾਹ ਤੋਂ ਸਾਇੰਸ ਦੇ ਪਹਾੜ ਉੱਤੇ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਏ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ ਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰਤਬ ਨਹੀਂ ਕਰ ਸਕਦਾ। ਇਹ ਮਾਦੀ ਫਹਿਮ ਦੀਆਂ ਸ਼ੈਵਾਂ ਉੱਤੇ ਕਾਇਮ ਜਹਾਲਤ ਤੇ ਝੂਠਾ ਅਕੀਦਾ ਏ ਜਿਹੜਾ ਰੂਹਾਨੀ ਖੂਬਸੂਰਤੀ ਤੇ ਚੰਗਿਆਈ ਨੂੰ ਲੁਕਾਉਂਦਾ ਏ। ਇਹਨੂੰ ਸਮਝਦਿਆਂ ਹੋਏ ਪੌਲੁਸ ਨੇ ਆਖਿਆ, ਰੱਬ ਦੇ ਪਿਆਰ ਤੋਂ ਨਾ ਸਾਨੂੰ ਮੌਤ, ਨਾ ਹਯਾਤੀ, ਨਾ ਫਰਿਸ਼ਤੇ, ਨਾ ਹਕੂਮਤਾਂ, ਨਾ ਹਾਲ ਦੀਆਂ, ਨਾ ਇਸਤਕਬਾਲ ਦੀਆਂ ਸ਼ੈਵਾਂ, ਨਾ ਕੁਦਰਤ, ਨਾ ਉਚਾਈ, ਨਾ ਪਸਤੀ, ਨਾ ਕੋਈ ਹੋਰ ਮਖਲੂਕ ਵੱਖ ਕਰ ਸਕੇਗੀ। ਇਹ ਕ੍ਰਿਸਚਨ ਸਾਇੰਸ ਦਾ ਅਕੀਦਾ ਏ ਭਈ ਇਲਾਹੀ ਪਿਆਰ ਆਪਣੇ ਇਜ਼ਹਾਰ ਜਾਂ ਮੌਜੂ ਤੋਂ ਆਰੀ ਨਹੀਂ ਹੋ ਸਕਦਾ, ਭਈ ਖੁਸ਼ੀ ਦੁੱਖ ਵਿੱਚ ਨਹੀਂ ਬਦਲ ਸਕਦੀ, ਕਿਉਂ ਜੇ ਦੁੱਖ ਖੁਸ਼ੀ ਦਾ ਮਾਲਕ ਨਹੀਂ ਏ। ਭਈ ਚੰਗਿਆਈ ਬੁਰਿਆਈ ਨੂੰ ਕਦੀ ਪੈਦਾ ਨਹੀਂ ਕਰ ਸਕਦੀ, ਭਈ ਮਾਦਾ ਕਦੀ ਸਿਆਣ ਨੂੰ ਪੈਦਾ ਨਹੀਂ ਕਰ ਸਕਦਾ, ਨਾ ਹੀ ਹਯਾਤੀ ਕਦੀ ਮੌਤ ਦਾ ਨਤੀਜਾ ਹੋ ਸਕਦੀ ਏ। ਸੱਚਾ ਇਨਸਾਨ ਰੱਬ ਯਾਨੀ ਆਪਣੇ ਸੱਚੇ ਅਸੂਲਾਂ ਦੇ ਪਾਰੋਂ ਪਾਪ ਤੋਂ ਪਾਕ ਤੇ ਅਬਦੀ ਏ। ਰੱਬ ਉੱਤੇ ਸਾਡੇ ਈਮਾਨ ਦੀ ਹਰ ਅਜ਼ਮਾਇਸ਼ ਸਾਨੂੰ ਮਜ਼ਬੂਤ ਕਰਦੀ ਏ। ਮਾਦੀ ਹਾਲਤ ਦਾ ਰੂਹ ਦੇ ਪਾਰੋਂ ਹਾਰਨਾ ਜਿੰਨਾ ਔਖਾ ਲੱਗੇਗਾ, ਓਨਾ ਹੀ ਸਾਡਾ ਈਮਾਨ ਮਜ਼ਬੂਤ ਤੇ ਸਾਡਾ ਪਿਆਰ ਪਾਕ ਤਰੀਨ ਹੋਣਾ ਚਾਹੀਦਾ ਹੈ। ਪੌਲੁਸ ਰਸੂਲ ਆਖਦਾ ਏ ਭਈ ਪਿਆਰ ਵਿੱਚ ਡਰ ਨਹੀਂ ਹੁੰਦਾ, ਬਲਕਿ ਸੱਚਾ ਪਿਆਰ ਡਰ ਨੂੰ ਦੂਰ ਕਰ ਦਿੰਦਾ ਹੈ। ਕੋਈ ਡਰਨ ਵਾਲਾ ਪਿਆਰ ਵਿੱਚ ਕਾਮਲ ਨਹੀਂ ਹੋਇਆ। ਇੱਥੇ ਕ੍ਰਿਸਚਨ ਸਾਇੰਸ ਦੀ ਹਤਮੀ ਤੇ ਇਲਹਾਮੀ ਅਸ਼ਾਤ ਏ। ਮਾਲਕ ਨੇ ਆਖਿਆ, ਕੋਈ ਮੇਰੇ ਵਸੀਲੇ ਤੋਂ ਬਗੈਰ ਪਿਓ ਹਸਤੀ ਦੇ ਇਲਾਹੀ ਅਸੂਲ ਦੇ ਕੋਲ ਨਹੀਂ ਆਉਂਦਾ, ਯਾਨੀ ਮਸੀਹ, ਹਯਾਤੀ, ਸੱਚਾਈ ਤੇ ਪਿਆਰ ਦੇ ਬਗੈਰ। ਕਿਉਂ ਜੇ ਮਸੀਹ ਆਖਦਾ ਏ ਭਈ ਰਾਹ ਮੈਂ ਵਾਂ, ਉਸ ਅਸਲੀ ਇਨਸਾਨ ਯਾਨੀ ਯਿਸੂ ਦੇ ਪਾਰੋਂ ਤਬੀਬ ਦੇ ਅਸਬਾਬਾਂ ਨੂੰ ਪਹਿਲੇ ਦਰਜੇ ਤੋਂ ਅਖੀਰੀ ਤੀਕਰ ਕਰ ਦਿੱਤਾ ਗਿਆ ਸੀ। ਉਹ ਜਾਣਦਾ ਸੀ
ਭਈ ਇਲਾਹੀ ਅਸੂਲ ਯਾਨੀ ਪਿਆਰ ਉਹਨਾਂ ਸਾਰਿਆਂ ਨੂੰ ਖਲਕ ਕਰਦਾ ਤੇ ਉਹਦੇ ਉੱਤੇ ਹੁਕਮਰਾਨੀ ਕਰਦਾ ਹੈ ਜੋ ਅਸਲੀ ਹੈ। ਜਿਵੇਂ ਜਿਵੇਂ ਸੱਚਾਈ ਤੇ ਪਿਆਰ ਦੀ ਦੌਲਤ ਤਰੱਕੀ ਪਾਉਂਦੇ ਨੇ, ਇਨਸਾਨ ਉਸੇ ਤਨਾਸਬ ਨਾਲ ਰੂਹਾਨੀ ਵਜੂਦੀਅਤ ਨੂੰ ਸਮਝਦਾ ਹੈ। ਇਨਸਾਨ ਨੂੰ ਰੱਬ ਵੱਲ ਮਤਵੱਜੋ ਹੋਣਾ ਚਾਹੀਦਾ ਹੈ ਤੇ ਉਹਨਾਂ ਦੇ ਮਕਸਦ ਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਹਾਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਹੈ ਤੇ ਲਾਮਤਨਾਹੀ ਦਾ ਮੁਨਾਸਬ ਇਦਰਾਕ ਪਾਉਣਾ ਚਾਹੀਦਾ ਹੈ ਤਾਂ ਜੋ ਪਾਪ ਤੇ ਫਾਨੀਅਤ ਨੂੰ ਖ਼ਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਹੈ, ਪਰ ਇਨਸਾਨ ਉੱਤੇ ਇੱਕ ਵਸੀਹਤਰ ਇਨਫਰਾਦੀਅਤ ਨਿਸ਼ਾਵਰ ਕਰਦਾ ਹੈ, ਯਾਨੀ ਅਮਾਲਾਂ ਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀਹ ਪਿਆਰ ਤੇ ਇੱਕ ਉੱਚਾ ਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਹੈ। ਪਿਆਰ ਆਜ਼ਾਦੀ ਦਿਲਾਉਣ ਵਾਲਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਹਰ ਰੋਜ਼ ਉਹ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਨਹੀਂ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹੁਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਆਪਣੇ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਿਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।